ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਵੀ ਹੁਣ ਪਰਮਾਤਮਾ ਨੂੰ ਮਿਲਣਾ, ਮਨੁੱਖਾ ਜਨਮ ਪ੍ਰਾਪਤ ਕਰਕੇ, ਬੰਦਗੀ ਇਬਾਦਤ ਕਰਕੇ ਪਰਮਾਤਮਾ ਚ ਅਭੇਦ ਹੋਣਾ ਹੈ। ਚਿਰੰਕਾਲ ਬਹੁਤ ਸਮਾਂ ਲੱਗਿਆ, ਲੱਖਾਂ ਵਰੇ ਸਮਾਂ ਤੂੰ ਬਤੀਤ ਕੀਤਾ, 84 ਲੱਖ ਤਾਂ ਜੂਨਾਂ ਨੇ, ਉਹਨਾਂ ਵਿੱਚ ਤੂੰ ਲੰਘ ਕੇ ਆਇਆ। ਇੰਨਾ ਸਮਾਂ ਬਤੀਤ ਕਰਨ ਤੋਂ ਬਾਅਦ ਭਾਈ ਤੈਨੂੰ ਮਨੁੱਖਾ ਜਨਮ ਮਿਲਿਆ। ਹੁਣ ਇਹ ਐਵੇਂ ਅੰਜਾਈ ਨਾ ਚਲਿਆ ਜਾਏ। ਹੁਣ ਧਨ ਦੌਲਤ ਜਿੰਨਾ ਮਰਜ਼ੀ ਜੋੜ ਲਈਏ, ਜੋੜ ਕੇ ਪਿੱਛੇ ਛੱਡ ਜੀਏ, ਆਖੇ ਵੀ ਮੇਰਾ ਜਨਮ ਸਫਲ ਹੋ ਗਿਆ। ਬਹੁਤ ਵੱਡਾ ਪਰਿਵਾਰ ਹੋਵੇ, ਸੁੰਦਰ ਪਰਿਵਾਰ ਹੋਵੇ, ਬਹੁਤ ਮਨੁੱਖ ਤਾਕਤ ਦਾ ਮਾਲਕ ਹੋਵੇ ਕਿ ਮਨੁੱਖਾ ਬਾਜੀ ਜਿੱਤ ਕੇ ਜਾਂਦਾ ਹੈ। ਭਗਤ ਰਵਿਦਾਸ ਜੀ ਆਖਦੇ ਨੇ ਨਹੀਂ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਬੜੇ ਬੜੇ ਮਹਿਲ ਬਣਾ ਲੈ, ਕੋਠੀਆਂ ਬਣਾ, ਚੰਗੀ ਧਨ ਦੌਲਤ ਜੋੜ, ਇਹ ਸੱਚਾਈ ਹੈ ਭਾਈ। ਤੈਨੂੰ ਥਾਂ ਜਿਹੜੀ ਹੈ ਉਹ ਸ਼ਮਸ਼ਾਨ ਘਾਟ ਵਿੱਚ ਹੀ ਮਿਲਣੀ ਹੈ। 3.5 ਹੱਥ ਥਾਂ ਉਹ ਤੇਰੀ ਮੁਕਰਰ ਹੈ। ਮਨੁੱਖ ਜਿੰਨਾ ਮਰਜ਼ੀ ਸਰੀਰ ਕਰਕੇ ਲੰਮਾ ਹੋਵੇ, ਤਕੜਾ ਹੋਵੇ, ਜਦੋਂ ਫੁੱਲ ਚੁਗਣ ਜਾਈਦਾ ਨਾ, ਸਾਰਾ ਸਰੀਰ ਇਕੱਠਾ ਹੋ ਜਾਂਦਾ ਹੈ। 3.5 ਹੱਥ ਜਗ੍ਹਾ ਹੀ ਬਚਦੀ ਹੈ। ਉਹ ਆਖਦੇ ਤੈਨੂੰ ਫ੍ਰੀ ਚ ਮਿਲ ਜਾਣੀ ਹੈ, ਉਹਦੇ ਲਈ ਤੈਨੂੰ ਮਿਹਨਤ ਕਰਨ ਦੀ ਲੋੜ ਨਹੀਂ। ਇਹ ਤੇਰੀ ਅਸਲੀਅਤ ਹੈ। 3.5 ਹੱਥ ਤੇਰੀ ਸੀਵਾ, ਇਹ 3.5 ਹੱਥ ਤੈਨੂੰ ਥਾਂ ਮਿਲਣੀ ਹੈ। ਪਰਿਵਾਰ ਵਾਲੇ ਕਿੰਨਾ ਹੀ ਸਾਨੂੰ ਪਿਆਰ ਕਿਉਂ ਨਾ ਕਰਦੇ ਹੋਣ, ਕਦੇ ਸੁਣਿਆ ਵੀ ਕਿਸੇ ਨੇ ਆਪਣੇ ਪਰਿਵਾਰ ਦੇ ਜਿਹਨੂੰ ਆਪਣੇ ਘਰ ਵਿੱਚ ਉਹਦਾ ਸੰਸਕਾਰ ਕੀਤਾ ਹੋਵੇ, ਆਪਣੇ ਘਰ ਨੂੰ ਦਫਨਾਇਆ ਹੋਵੇ? ਨਹੀਂ, ਸ਼ਮਸ਼ਾਨ ਘਾਟ। ਇਹ ਤਾਂ ਸੁਆਸ ਨਿਕਲਣ ਦੀ ਦੇਰ ਹੈ। ਆਪਣੇ ਕੀ ਜਿਹੜੇ ਬਾਹਰੋਂ ਰਿਸ਼ਤੇਦਾਰ ਵੀ ਹੁੰਦੇ ਨੇ, ਸਭ ਤੋਂ ਪਹਿਲਾਂ ਸਵਾਲ ਇਹੀ ਹੁੰਦਾ ਹੈ ਵੀ ਹੁਣ ਸੰਸਕਾਰ ਕਦੋਂ ਕਰਨਾ, ਲੈ ਕੇ ਕਦੋਂ ਜਾਣਾ। ਦੇਖੋ ਇਹ ਗੱਲ ਸਮਝਣ ਵਾਲੀ ਹੈ ਕਿ ਸਾਡੀ ਹੋਂਦ ਕੀ ਹੈ। ਮਨੁੱਖ ਦਿਨ ਰਾਤ ਭੱਜਿਆ ਫਿਰਦਾ ਹੈ, ਦਿਨ ਰਾਤ ਇੱਕ ਕੀਤਾ ਹੈ ਮਨੁੱਖ ਨੇ, ਪਰ ਸਾਡੀ ਅਸਲੀਅਤ ਕੀ ਹੈ ਉਹਨੂੰ ਜਾਣੀਏ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌਰਿਓ ਫਿਰਤ ਹੈ। ਦਿਨ ਰਾਤ ਆਖਦੇ ਨੇ ਹੈ ਤਾਂ ਮਿੱਟੀ ਦਾ ਭਾਂਡਾ, ਦਿਨ ਰਾਤ ਭੱਜਿਆ ਫਿਰ ਰਿਹਾ ਮਨੁੱਖ, ਇੱਕ ਕੀਤਾ ਹੈ, ਪਰ ਹਾਲਤ ਵੀ ਕੈਸੀ ਹੈ। ਜਬ ਕਛ ਪਾਵੈ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਣ ਲੱਗਦਾ ਹੈ। ਕੁਝ ਮਿਲ ਜੇ ਤਾਂ ਹੰਕਾਰੀ ਹੋ ਜਾਂਦਾ ਹੈ, ਕੁਝ ਥੋੜਾ ਨੁਕਸਾਨ ਹੋ ਜੇ ਫਿਰ ਰੋਣ ਵੀ ਲੱਗ ਪੈਂਦਾ ਹੈ। ਇਹ ਸਾਡੀ ਹਾਲਤ ਹੈ। ਹੁਣ ਗੁਰੂ ਸਾਹਿਬ ਆਖਦੇ ਨੇ ਭਾਈ ਹੈ ਤਾਂ ਤੂੰ ਮਿੱਟੀ ਦੇ ਭਾਂਡੇ ਦੇ ਨਿਆਈ। ਮਿੱਟੀ ਦਾ ਭਾਂਡਾ ਕਿਉਂ ਆਖਿਆ? ਭਾਂਡੇ ਸਟੀਲ ਦੇ ਵੀ ਨੇ, ਭਾਂਡੇ ਸੋਨੇ ਦੇ ਵੀ ਹੁੰਦੇ ਸਨ ਰਾਜੇ ਮਹਾਰਾਜਿਆਂ ਕੋਲ, ਚਾਂਦੀ ਦੇ ਵੀ ਸੀ, ਕਾਂਸੀ ਦੇ ਭਾਂਡੇ ਵੀ ਸੀ, ਸਟੀਲ ਵੀ ਹੈ, ਪਰ ਮਿੱਟੀ ਦਾ ਭਾਂਡਾ ਕਿਉਂ? ਕਿਉਂ? ਸਟੀਲ ਦਾ ਭਾਂਡਾ ਟੁੱਟਦਾ ਹੈ, ਉਹਨੂੰ ਦੁਬਾਰਾ ਢਾਲ ਕੇ ਫਿਰ ਉਹਦੇ ਤੋਂ ਭਾਂਡਾ ਬਣ ਜਾਂਦਾ ਹੈ। ਲੋਹੇ ਦਾ ਭਾਂਡਾ ਟੁੱਟ ਗਿਆ, ਦੁਬਾਰਾ ਆਕਾਰ ਦੇ ਕੇ ਫਿਰ ਉਹਦੇ ਤੋਂ ਭਾਂਡਾ ਤਿਆਰ ਹੋ ਗਿਆ। ਸੋਨੇ ਨੂੰ ਦੁਬਾਰਾ ਢਾਲ ਕੇ ਫਿਰ ਉਹਦੇ ਤੋਂ ਭਾਂਡਾ ਬਣ ਜਾਂਦਾ ਹੈ। ਪਰ ਮਿੱਟੀ ਦਾ ਭਾਂਡਾ ਐਸਾ ਹੈ ਵੀ ਜਦੋਂ ਤੱਕ ਚੱਲਦਾ ਚੱਲਦਾ, ਜੇ ਦਿਨ ਟੁੱਟ ਗਿਆ ਫਿਰ ਉਹਦਾ ਇੱਕੋ ਹੀ ਹਾਲ ਹੈ, ਉਹਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਗਰਮੀ ਦੀ ਰੁੱਤ ਚੱਲ ਰਹੀ ਹੈ, ਘਰਾਂ ਵਿੱਚ ਘੜੇ ਆਪਾਂ ਲੈ ਕੇ ਆਉਂਦੇ ਆ ਠੰਡੇ ਪਾਣੀ ਵਾਸਤੇ। ਜਦੋਂ ਤੱਕ ਘੜਾ ਠੀਕ ਹੈ ਤੇ ਉਹਦੇ ਚੋਂ ਪਾਣੀ ਪੀਂਦੇ ਆ। ਜੇ ਦਿਨ ਟੁੱਟ ਗਿਆ ਉਹਨੂੰ ਘੁਮਾਰ ਵੀ ਦੁਬਾਰਾ ਜੋੜ ਨਹੀਂ ਸਕਦਾ। ਫਿਰ ਕੀ ਉਹਦੀ ਹਾਲਤ ਹੁੰਦੀ ਹੈ? ਘਟ ਫੁੱਟੈ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਜਿਵੇਂ ਘੜਾ ਟੁੱਟ ਗਿਆ ਆਖਦੇ ਬਾਹਰ ਸੁੱਟ ਦੋ ਭਾਈ। ਘਟ ਫੁੱਟੈ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਇਸ ਤਰ੍ਹਾਂ ਆਖਦੇ ਨੇ ਸਰੀਰ ਵੀ ਇੱਕ ਘੜੇ ਦੇ ਨਿਆਈਆਂ, ਮਿੱਟੀ ਦਾ ਭਾਂਡਾ ਹੈ। ਜਦੋਂ ਵਿੱਚੋਂ ਸਵਾਸ ਨਿਕਲ ਗਏ ਫਿਰ ਕਹਿੰਦੇ ਵੀ ਲੈ ਚਲੋ ਬਈ, ਜਿੰਨਾ ਜਲਦੀ ਹੋ ਸਕਦਾ ਲੈ ਚਲੋ। ਵੀ ਪਹਿਲੇ ਹੀ ਸਵਾਲ ਸਾਡਾ ਹੁੰਦਾ ਹੈ ਵੀ ਸੰਸਕਾਰ ਕਦੋਂ। ਹੁਣ ਦੂਜੀ ਗੱਲ ਇਹ ਸਮਝਣ ਵਾਲੀ ਹੈ ਵੀ ਸਾਨੂੰ ਮੌਤ ਯਾਦ ਰਹਿਣੀ ਚਾਹੀਦੀ ਹੈ, ਪਰ ਸਾਨੂੰ ਯਾਦ ਨਹੀਂ। ਯਾਦ ਕਦੋਂ ਆਉਂਦੀ ਹੈ ਸਾਨੂੰ? ਜਦੋਂ ਸਾਡੇ ਸਾਹਮਣੇ ਕੋਈ ਮੁਰਦਾ ਪਿਆ ਹੋਵੇ। ਸ਼ਮਸ਼ਾਨ ਘਾਟ ਤੱਕ ਜਿਵੇਂ ਸੰਸਕਾਰ ਹੋਇਆ, ਉਥੋਂ ਨਿਕਲਦਿਆਂ ਸਾਡੀ ਆਪਣੀ ਦੁਨੀਆਦਾਰੀ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਅਸੀਂ ਇਹ ਗੱਲ ਭੁਲਾਈ ਬੈਠੇ ਆ ਵੀ ਅਸੀਂ ਵੀ ਭਾਈ ਇੱਕ ਦਿਨ ਮਰਨਾ ਹੈ। ਸਾਨੂੰ ਐਸੇ ਸਮਾਗਮਾਂ ਤੇ ਆ ਕੇ ਮੌਤ ਯਾਦ ਆਉਂਦੀ ਹੈ ਵੀ ਮਰਨਾ ਹੈ। ਦੇਖੋ ਪਰਿਵਾਰ ਨੂੰ ਯਾਦ ਕਰਨਾ, ਕੋਈ ਬਾਜਾ ਵਜਾਉਣ ਦੀ ਲੋੜ ਨਹੀਂ। ਕਰੋੜਾਂ ਮੀਲ ਦੂਰ ਬੈਠਿਆ ਬੰਦੇ ਨੂੰ ਪਰਿਵਾਰ ਯਾਦ ਆ ਜਾਂਦਾ, ਬੱਚੇ ਯਾਦ ਆ ਜਾਂਦੇ ਨੇ। ਪਰ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਮੰਦਰਾਂ ਵਿੱਚ ਟੱਲੀਆਂ ਵਜਾਈਆਂ ਜਾਂਦੀਆਂ ਨੇ, ਮੁਸਲਮਾਨ ਬਾਂਗਾਂ ਦੇ ਰਹੇ ਨੇ, ਗੁਰਦੁਆਰਿਆਂ ਵਿੱਚ ਬਾਜੇ ਕੀਰਤਨ ਹੋ ਰਹੇ ਨੇ। ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਪਰਮਾਤਮਾ ਯਾਦ ਆ ਜਾਏ, ਵਾਹਿਗੁਰੂ ਯਾਦ ਆ ਜਾਏ। ਜਿਹਨੂੰ ਮੌਤ ਯਾਦ ਹੈ ਉਹਨੂੰ ਪਰਮਾਤਮਾ ਵੀ ਨਹੀਂ ਭੁੱਲਦਾ। ਜਿਹਨੂੰ ਕਾਲ ਯਾਦ ਹੈ ਉਹ ਕਾਲ ਨੂੰ ਵੀ ਯਾਦ ਰੱਖਦਾ ਹੈ। ਤੇ ਦੂਜੀ ਗੱਲ, ਜਿਹਨੂੰ ਪਰਮਾਤਮਾ ਯਾਦ ਹੈ ਉਹ ਮੌਤ ਨੂੰ ਨਹੀਂ ਭੁੱਲਦਾ, ਉਹਨੂੰ ਹਰ ਵਕਤ ਯਾਦ ਰਹਿੰਦਾ ਹੈ ਭਾਈ ਅਸੀਂ ਵੀ ਇੱਕ ਦਿਨ ਸੰਸਾਰ ਤੋਂ ਜਾਣਾ।
ਸਾਹਿਬ ਸੰਭਾਲੈ ਪੰਥ ਨਿਹਾਲੈ, ਅਸਾਂ ਵੀ ਉੱਥੇ ਜਾਣਾ। ਕੋਈ ਵੱਖਰੀ ਥਾਂ ਨਹੀਂ ਜਿੱਥੇ ਮਾਤਾ ਜੀ ਗਏ ਨੇ ਵੀ ਅਸੀਂ ਕਿਤੇ ਹੋਰ ਜਾਣਾ, ਨਹੀਂ, ਇੱਕੋ ਹੀ ਥਾਂ ਹੈ। ਸਾਹਿਬ ਸੰਭਾਲੈ ਪੰਥ ਨਿਹਾਲੈ, ਅਸਾਂ ਵੀ ਉੱਥੇ ਜਾਣਾ। ਇਹ ਭਾਈ ਜੋ ਫਿਰਕੇ ਨੇ ਇਹ ਅਸੀਂ ਬਣਾਏ ਨੇ। ਭਾਵੇਂ ਕੋਈ ਮੁਸਲਮਾਨ ਸੰਸਾਰ ਤੋਂ ਕੂਚ ਕਰਦਾ ਹੈ, ਕੋਈ ਯਹੂਦੀ ਕਰੇ, ਸਿੱਖ ਕਰੇ, ਹਿੰਦੂ ਕਰੇ, ਸਾਰਿਆਂ ਨੇ ਜਾਣਾ ਇੱਕੋ ਹੀ ਥਾਂ ਤੇ ਹੈ। ਤੇ ਦੂਜੀ ਗੱਲ, ਲੇਖਾ ਜੋਖਾ ਵੀ ਹੋਣਾ ਹੈ। ਇਹ ਨਾ ਸੋਚੀ ਵੀ ਸੰਸਾਰ ਤੇ ਬੇਫਿਕਰ ਹੋ ਕੇ ਜੈਸੇ ਮਰਜ਼ੀ ਕਰਮ ਕਰਦੇ ਰਹੀਏ ਵੀ ਸਾਡਾ ਤਾਂ ਕੋਈ ਹਿਸਾਬ ਕਿਤਾਬ ਨਹੀਂ ਹੋਣਾ। ਹਿਸਾਬ ਕਿਤਾਬ ਜ਼ਰੂਰ ਹੋਣਾ ਹੈ, ਕਿਉਂਕਿ ਕਬੀਰ ਜੀ ਦਾ ਬਚਨ ਹੈ, ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਵੀ ਕਿਹੜਾ ਮੁਖ ਲੈ ਕੇ ਜਾਏਗਾ ਭਾਈ ਜੇ ਭਜਨ ਬੰਦਗੀ ਨਹੀਂ ਕੀਤੀ, ਚੰਗਾ ਕੰਮ ਨਹੀਂ ਕੀਤਾ। ਹੁਣ ਆਖਦੇ ਨੇ ਚੰਗਾ ਕੰਮ ਹੈ ਭਾਈ, ਤੂੰ ਤਰ ਸਕਦਾ, ਤਰ ਜਾਏਗਾ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਵੀ ਗੁਰੂ ਦੀ ਸੰਗਤ ਕਰ, ਬਾਣੀ ਪੜ, ਤੂੰ ਤਰ ਜਾਏਗਾ। ਪਰ ਗੱਲ ਇਹ, ਸਾਡੇ ਕੋਲ ਸਮਾਂ ਬਹੁਤ ਹੈ ਬਾਣੀ ਸੁਣਨ ਵਾਸਤੇ, ਸਤਸੰਗ ਕਰਨ ਵਾਸਤੇ, ਪਰ ਅਸੀਂ ਸਮਾਂ ਕੱਢਦੇ ਨਹੀਂ ਗੁਰੂ ਵਾਸਤੇ। ਗੱਲਾਂ ਬਾਤਾਂ ਮਨੁੱਖ 2 ਘੰਟੇ ਬਹਿ ਕੇ ਮਾਰ ਸਕਦਾ, ਥੱਕਦਾ ਨਹੀਂ। ਪਰ ਗੁਰੂ ਦੀ ਬਾਣੀ ਸੁਣਨੀ ਪੈ ਜੇ 15 ਮਿੰਟ 'ਚ ਬੰਦਾ ਥੱਕ ਜਾਂਦਾ, ਚੌਂਕੜੀਆਂ ਬਦਲਣੀਆਂ ਸ਼ੁਰੂ ਕਰ ਦਿੰਦਾ ਹੈ। ਕਿਉਂ? ਇਹ ਗੁਰੂ ਨਾਨਕ ਪਾਤਸ਼ਾਹ ਜੀ ਆਖੇ ਨੇ, ਸੌਖਾ ਨਹੀਂ ਪਰਮਾਤਮਾ ਦਾ ਨਾਮ ਸੁਣਨਾ ਤੇ ਜਪਣਾ। ਇੱਕ ਦਿਹਾੜੀ ਵਾਲਾ ਸਾਰਾ ਦਿਨ ਦਿਹਾੜੀ ਕਰ ਸਕਦਾ ਹੈ, ਬਾਟੇ ਚੁੱਕ ਕੇ ਸੁੱਟ ਸਕਦਾ ਹੈ। ਉਹਨੂੰ ਕਹੀਏ ਵੀ ਤੈਨੂੰ ਦਿਹਾੜੀ ਦੇਾਂਗੇ, ਤੂੰ ਉੱਥੇ ਬਹਿ ਕੇ ਕੇਵਲ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾ, ਤੈਨੂੰ ਪੱਖਾ ਵੀ ਲਾ ਕੇ ਦੇਾਂਗੇ। ਦੇਖਾਂ 15 ਮਿੰਟ ਤੋਂ ਵੱਧ ਬਹਿ ਕੇ ਨਾਮ ਜਪ ਜੇ, ਕਹੇਗਾ ਨਹੀਂ ਮੈਂ ਤਾਂ ਬਾਟੇ ਚੁੱਕ ਲਾਂਗਾ। ਕਿਉਂ? ਇਹ ਗੁਰੂ ਸਾਹਿਬ ਨੇ ਗਵਾਹੀ ਭਰੀ ਹੈ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਬੜਾ ਔਖਾ ਹੈ। ਆਖਣ ਔਖਾ, ਸਾਚਾ ਨਾਮ ਬਹੁਤ ਔਖਾ ਹੈ। ਨਾਮ ਸੁਣਨਾ, ਨਾਮ ਜਪਣਾ। ਮਨੁੱਖ ਸੰਗਤ ਵਿੱਚ ਆ ਕੇ ਵੀ ਕਈ ਵਾਰ ਮਨੁੱਖ ਸੰਗਤ ਵਿੱਚ ਨਹੀਂ ਹੁੰਦਾ। ਗੱਲ ਸਮਝਿਓ। ਹੁਣ ਅਸੀਂ ਸਾਰੇ ਬੈਠੇ ਹਾਂ, ਕਿ ਸਾਰੇ ਸੰਗਤ ਵਿੱਚ ਬੈਠੇ ਹਾਂ? ਨਹੀਂ, ਬਹੁਤਿਆਂ ਦਾ ਧਿਆਨ ਹਜੇ ਵੀ ਪਿੱਛੇ ਹੋਵੇਗਾ। ਗੁਰੂ ਸਾਹਿਬ ਨੇ ਤਾਂ ਆਖਿਆ, ਭਾਈ ਤੂੰ ਜਦੋਂ ਬਾਣੀ ਸੁਣਨੀ ਹੈ, ਬਾਣੀ ਪੜ੍ਹਨੀ ਹੈ, ਸੰਗਤ ਵਿੱਚ ਆਉਣਾ ਹੈ। ਕੱਲੇ ਤਨ ਕਰਕੇ ਨਹੀਂ ਆਉਣਾ, ਮਨ ਕਰਕੇ ਵੀ ਆਉਣਾ, ਤਨ ਮਨ ਕਰਕੇ। ਜਦੋਂ ਬਾਣੀ ਸੁਣਨੀ ਹੈ, ਤੇਰਾ ਚਿੱਤ ਇਕਾਗਰ ਹੋਣਾ ਚਾਹੀਦਾ ਹੈ, ਤੈਨੂੰ ਹੋਰ ਦੁਨਿਆਵੀ ਗੱਲ ਨਾ ਸੁਝੇ। ਬਚਨ ਆਪਾਂ ਅਨੇਕਾਂ ਵਾਰ ਪੜ੍ਹਦੇ ਆ, ਸੁਣਦੇ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਕਿਵੇਂ ਕਰਨੀ ਹੈ ਪ੍ਰਭੂ ਦੀ ਉਸਤਤੀ? ਬਾਣੀ ਨੂੰ ਕਿਵੇਂ ਸੁਣਨਾ ਹੈ, ਕਿਵੇਂ ਬਾਣੀ ਨੂੰ ਜਪਣਾ ਹੈ? ਅੱਗੇ ਫਿਰ ਜਵਾਬ ਦੱਸਿਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ। ਸਾਵਧਾਨ ਹੋ ਕੇ, ਸਾਵਧਾਨ, ਇਕਾਗਰ ਚੀਤ, ਚਿੱਤ ਇਕਾਗਰ ਹੋਵੇ, ਮਨ ਇਕਾਗਰ ਹੋਵੇ, ਫਿਰ ਪ੍ਰਭੂ ਦੀ ਬਾਣੀ ਨੂੰ ਸੁਣਨਾ ਹੈ। ਵੀ ਮਨੁੱਖਾ ਜਨਮ ਸਾਨੂੰ ਮਿਲਿਆ ਬੜਾ ਔਖਾ ਮਿਲਿਆ ਹੈ। ਜਿੱਥੋਂ ਵਿਚਾਰ ਪ੍ਰਾਰੰਭ ਕੀਤੀ ਹੈ, ਹੀਰੇ ਜੈਸਾ ਜਨਮ ਹੈ ਕੋਡੀ ਬਦਲਿਆ ਜਾਏ, ਇਹਨੂੰ ਕਿਤੇ ਅਜਾਈ ਨਾ ਗਵਾ ਲਈਏ। ਨਾਮ ਜਪਣ ਵਾਸਤੇ ਸੰਸਾਰ ਤੇ ਆਇਆ। ਗੁਰੂ ਸਾਹਿਬ ਆਖਦੇ ਨੇ, ਜਿਹੜੀ ਹੋਰ ਤੇਰੀ ਭੱਜ ਦੌੜ ਹੈ ਨਾ, ਦੁਨਿਆਵੀ ਕੰਮ ਧੰਦੇ ਨੇ, ਸਾਰੀ ਜ਼ਿੰਦਗੀ ਕੰਮ ਕਰ, ਅੱਗੇ ਜਾ ਕੇ ਉਹਨਾਂ ਕੰਮਾਂ ਦਾ ਮੁੱਲ ਨਹੀਂ ਪੈਣਾ। ਸੰਸਾਰ ਤੇ ਤੇਰੇ ਕੀਤੇ ਹੋਏ ਕੰਮਾਂ ਦੀ ਸੋਭਾ ਹੋ ਸਕਦੀ ਹੈ ਵੀ ਇੰਨਾ ਕੁਝ ਨੇ ਭਾਈ ਜੋੜਿਆ, ਇੰਨਾ ਕੁਝ ਬਣਾਇਆ ਹੈ। ਅੱਗੇ ਜਾ ਕੇ ਤੇਰੇ ਦੁਨਿਆਵੀ ਕੰਮ ਨਹੀਂ ਵੇਖੇ ਜਾਣੇ, ਉੱਥੇ ਤਾਂ ਵੇਖੇ ਜਾਣੇ ਤੂੰ ਸੰਗਤ ਵਿੱਚ ਕਿੰਨੀ ਵਾਰ ਆਇਆ ਹੈ, ਕਿੰਨੀ ਵਾਰ ਤੇਰੀ ਸੰਗਤ ਵਿੱਚ ਹਾਜ਼ਰੀ ਲੱਗੀ ਹੈ, ਕਿੰਨੀ ਵਾਰ ਤੂੰ ਗੁਟਕਾ ਸਾਹਿਬ ਪੜ੍ਹ ਕੇ ਭਾਈ ਨਿਤਨੇਮ ਕੀਤਾ, ਬਾਣੀ ਨੂੰ ਸੁਣਿਆ, ਉਹ ਉੱਥੇ ਹਿਸਾਬ ਕਿਤਾਬ ਵਿੱਚ ਤੇਰੇ ਲੇਖੇ ਵਿੱਚ ਆਉਣਾ ਹੈ। ਜਿਹੜੇ ਦੁਨਿਆਵੀ ਕੰਮ ਧੰਦੇ ਸੀ ਕਰਦੇ ਆ, ਇਹ ਵੀ ਮਤਲਬ ਨਹੀਂ ਵੀ ਕੰਮ ਨਹੀਂ ਕਰਨਾ, ਇਹ ਸਾਡੀ ਸੰਸਾਰਕ ਜ਼ਿੰਮੇਵਾਰੀਆਂ ਨੇ। ਕਿਰਤ ਕਰਨੀ ਹੈ। ਗੁਰੂ ਨਾਨਕ ਪਾਤਸ਼ਾਹ ਸਿੱਖ ਨੂੰ ਵਿਹਲੜ ਨਹੀਂ ਬਣਾਇਆ, ਕਿਰਤੀ ਬਣਾਇਆ ਵੀ ਕਿਰਤ ਕਰਨੀ ਹੈ, ਕੰਮਕਾਰ ਕਰਨਾ ਹੈ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਵੀ ਨਾਮ ਜਪਣਾ ਕਿਰਤ ਕਰਦਿਆਂ ਕਰਦਿਆਂ। ਮੈਨੂੰ ਗੱਲ ਯਾਦ ਆ ਗਈ, ਭਗਤ ਲੋਚਨ ਜੀ, ਉਹਨਾਂ ਦੇ ਮਨ ਅੰਦਰ ਫੁਰਨ ਆਇਆ। ਭਗਤ ਨਾਮਦੇਵ ਜੀ ਦੀ ਬੜੀ ਸੋਭਾ ਸੁਣੀ ਉਹਨਾਂ ਨੇ ਵੀ ਬਹੁਤ ਵੱਡੇ ਭਗਤ ਨੇ, ਗੱਲ ਧਿਆਨ ਦਿਓ। ਹੁਣ ਘਰੋਂ ਤੁਰ ਪਏ ਨੇ ਮਿਲਣ ਵਾਸਤੇ, ਮਨ ਅੰਦਰ ਇੱਕ ਚਿੱਤਰ ਉੱਕਰ ਗਿਆ ਵੀ ਮੈਂ ਭਗਤ ਜੀ ਨੂੰ ਮਿਲਣ ਚੱਲਿਆ, ਉਹਨਾਂ ਦੇ ਹੱਥ ਵਿੱਚ ਮਾਲਾ ਹੋਵੇਗੀ, ਚਿੱਟੇ ਕੱਪੜੇ ਪਾਏ ਹੋਣਗੇ, ਵੀ ਜਾਵਾਂਗਾ। ਹੁਣ ਜਦੋਂ ਜਾ ਕੇ ਵੇਖਦਾ, ਪਤਾ ਪੁੱਛਦਾ ਪੁਛਾਉਂਦਾ, ਜਦੋਂ ਭਗਤ ਨਾਮਦੇਵ ਜੀ ਦੇ ਘਰ ਪਹੁੰਚੇ ਨਾ ਭਗਤ ਲੋਚਨ ਜੀ, ਅੱਗੇ ਕੀ ਵੇਖਦੇ ਨੇ? ਭਗਤ ਨਾਮਦੇਵ ਜੀ ਆਪਣਾ ਛੱਪਰ ਬੰਨ ਰਹੇ ਨੇ, ਛਾਨ ਬੰਨ ਰਹੇ ਨੇ। ਹੁਣ ਮਨ ਅੰਦਰ ਖਿਆਲ ਆਇਆ ਵੀ ਲੋਕ ਤਾਂ ਕਹਿੰਦੇ ਨੇ ਭਗਤ ਨਾਮਦੇਵ ਬਹੁਤ ਵੱਡਾ ਭਗਤ ਹੈ, ਨਾਮ ਜਪਣ ਵਾਲਾ ਹੈ, ਬ੍ਰਹਮ ਗਿਆਨੀ ਹੈ, ਪ੍ਰਮਾਤਮਾ ਦਾ ਰੂਪ ਹੈ, ਪਰ ਇਹ ਤਾਂ ਦੁਨਿਆਵੀ ਕੰਮ ਧੰਦੇ ਕਰ ਰਿਹਾ, ਭਗਤ ਕਿਵੇਂ ਹੋ ਸਕਦਾ ਹੈ?
ਆਪਣੇ ਮਨ ਅੰਦਰ ਸੋਚ ਹੀ ਰਹੇ ਸਨ ਭਗਤ ਨਾਮਦੇਵ ਜੀ ਤੇ ਭਗਤ ਲੋਚਨ। ਜਿਹੜੀ ਗੱਲਬਾਤ ਹੋਈ ਨਾ ਆਪਸ ਵਿੱਚ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਦੋਨਾਂ ਦੀ ਗੱਲਬਾਤ। ਹੁਣ ਉਹਨਾਂ ਦੀ ਦਿਲ ਦੀ ਗੱਲ ਸੁਣ ਕੇ ਭਗਤ ਨਾਮਦੇਵ ਜੀ ਨੇ ਆਖਿਆ, ਹਾਥ ਪੈਰ ਕਰ ਕਾਮ ਸਭ ਚੀਤ ਨਿਰੰਜਨ ਨਾਲ। ਵੀ ਭਗਤ ਲੋਚਨ ਸੁਣ ਮੇਰੀ ਗੱਲ, ਵਿਹਲੇ ਬਹਿ ਕੇ ਨਾਮ ਨਹੀਂ ਜਪਣਾ, ਕੰਮ ਵੀ ਕਰ। ਕੰਮ ਧੰਦਿਆਂ ਕਰਦਿਆਂ ਤੈਨੂੰ ਮਾਲਕ ਯਾਦ ਆਉਣਾ ਚਾਹੀਦਾ। ਹਾਥ ਪੈਰ ਕਰ ਕਾਮ ਸਭ, ਸਾਰੇ ਕੰਮ ਕਰ, ਜ਼ਿੰਮੇਵਾਰੀਆਂ ਨੇ ਨਿਭਾ। ਪਰ ਕੱਲੀ ਜ਼ਿੰਮੇਵਾਰੀਆਂ ਨਿਭਾਉਂਦਾ ਪਰਮਾਤਮਾ ਨੂੰ ਨਾ ਭੁੱਲ ਜੀ। ਪਰਮਾਤਮਾ ਤੈਨੂੰ ਯਾਦ ਰਹਿਣਾ ਚਾਹੀਦਾ। ਜ਼ਿੰਮੇਵਾਰੀਆਂ ਨਿਭਾ ਤੇ ਨਾਲ ਮਾਲਕ ਦਾ ਨਾਮ ਵੀ ਜਪੀ ਜਾ। ਇੱਕ ਅੱਖਰ ਵੀ ਜੇਕਰ ਅਸੀਂ ਮਨ ਲਾ ਕੇ ਗੁਰੂ ਦੀ ਬਾਣੀ ਦਾ ਸੁਣ ਲੈਨੇ ਆ, ਜਪ ਲੈਨੇ ਆ, ਭਾਵੇਂ ਗੁਰ ਮੰਤਰ ਦਾ ਹੀ ਜਾਪ ਕਰ ਲਈਏ, ਮੂਲ ਮੰਤਰ ਦਾ ਹੀ ਜਾਪ ਕਰ ਲਈਏ, ਉਹ ਸਾਡਾ ਲੇਖੇ ਵਿੱਚ ਏਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋਏ। ਪਰ ਗੱਲ ਇਹ ਹੈ ਵੀ ਜਿਹੜਾ ਸਮਾਂ ਮਿਲਿਆ, ਸਮਾਂ ਬਹੁਤ ਹੈ ਪਰ ਅਸੀਂ ਸਮਾਂ ਕੱਢਦੇ ਨਹੀਂ। ਫੇਰ ਮਨੁੱਖ ਉਦੋਂ ਪਛਤਾਉਂਦਾ ਹੈ ਜਦੋਂ ਭਾਈ ਅੱਖਾਂ ਤੋਂ ਦਿਸਦਾ ਕੋਈ ਨਹੀਂ। ਬਾਣੀ ਪੜ੍ਹਨੀ ਆਉਂਦੀ ਹੈ, ਜਦੋਂ ਦਿਸਦਾ ਸੀ ਉਦੋਂ ਪੜ੍ਹਿਆ ਨਹੀਂ। ਜਦੋਂ ਤੁਰ ਕੇ ਗੁਰਦੁਆਰੇ ਆ ਸਕਦਾ ਸੀ ਉਦੋਂ ਤੁਰ ਕੇ ਭਾਈ ਤੂੰ ਗੁਰਦੁਆਰੇ ਨਹੀਂ ਆਇਆ। ਜਦੋਂ ਸੁਣ ਸਕਦਾ ਸੀ, ਕੰਨ ਠੀਕ ਸੀ ਭਾਈ, ਉਦੋਂ ਬਾਣੀ ਸੁਣੀ ਕੋਈ ਨਹੀਂ। ਫੇਰ ਜਦੋਂ ਵਡੇਪਾ ਆ ਜਾਂਦਾ ਹੈ, ਦਿਸਦਾ ਕੋਈ ਨਹੀਂ, ਅੱਖਾਂ ਵਿੱਚੋਂ ਪਾਣੀ ਵਹਿਣ ਲੱਗ ਪੈਂਦਾ ਹੈ, ਗੋਡੇ ਦੇ ਦਿੰਦੇ ਨੇ ਜਵਾਬ, ਗੋਡੇ ਕੰਮ ਨਹੀਂ ਕਰਦੇ, ਸੁਣਦਾ ਹੈ ਕੋਈ ਨਹੀਂ। ਫੇਰ ਮਨੁੱਖ ਦਾ ਦਿਲ ਕਰਦਾ, ਕਿਉਂਕਿ ਜਦੋਂ ਤੱਕ ਠੀਕ ਸੀ ਉਦੋਂ ਤੱਕ ਤਾਂ ਕੰਮ ਧੰਦੇ ਕਰਦਾ ਰਿਹਾ ਭਾਈ, ਨਾਮ ਵਾਸਤੇ ਸਮਾਂ ਹੀ ਨਹੀਂ ਕੱਢਿਆ। ਜਦੋਂ ਬਿਲਕੁਲ ਮਨੁੱਖ ਬਜ਼ੁਰਗ ਹੋ ਜਾਂਦਾ ਨਾ, ਕਿਸੇ ਕੰਮ ਦਾ ਨਹੀਂ ਰਹਿੰਦਾ, ਫੇਰ ਉਹਦਾ ਦਿਲ ਕਰਦਾ ਵੀ ਹੁਣ ਭਾਈ ਨਾਮ ਜਪ ਲਾਂ, ਬਾਣੀ ਪੜ੍ਹ ਲਾਂ। ਪਰ ਗੁਰੂ ਸਾਹਿਬ ਆਖਦੇ ਨੇ, ਭਾਈ ਹੁਣ ਨਾਮ ਕਿਵੇਂ ਜਪੇਗਾ? ਬਚਨ ਹੁੰਦਾ, ਨੈਨੋ ਨੀਰ ਵਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਆਪ ਕਿਆ ਕਰੈ ਪ੍ਰਾਨੀ। ਆਖਦੇ ਨੇ ਅੱਖਾਂ ਵਿੱਚੋਂ ਤਾਂ ਨੀਰ ਵਹਿਣ ਲੱਗ ਪਿਆ। ਨੈਨੋ ਨੀਰ ਵਹਿ ਤਨ ਖੀਨਾ, ਵੀ ਪਾਣੀ ਵਹਿਣ ਲੱਗ ਪਿਆ, ਦਿਸਦਾ ਹੈ ਕੋਈ ਨਹੀਂ। ਪੰਜਾਬੀ ਤੈਨੂੰ ਆਉਂਦੀ ਹੈ, ਪਾਠ ਤੈਨੂੰ ਆਉਂਦਾ ਹੈ, ਪਰ ਹੁਣ ਦਿਸਦਾ ਕੋਈ ਨਹੀਂ, ਪੜ੍ਹੇਗਾ ਕਿਵੇਂ? ਜਦੋਂ ਤੁਰ ਕੇ ਗੁਰਦੁਆਰੇ ਆ ਸਕਦਾ ਸੀ ਭਾਈ, ਤੂੰ ਆਇਆ ਕੋਈ ਨਹੀਂ, ਹੁਣ ਦੇ ਕੇ ਗੋਡੇ ਜਵਾਬ। ਹੁਣ ਤੂੰ ਸੋਚੇ ਵੀ ਗੁਰਦੁਆਰੇ ਮੈਂ ਜਾਵਾਂਗਾ, ਦਰਸ਼ਨ ਕਰਾਂਗਾ, ਤੇ ਹੁਣ ਦਰਸ਼ਨ ਕਿਵੇਂ ਕਰੇਗਾ ਭਾਈ? ਇਸ ਕਰਕੇ ਜਿਹੜਾ ਸਮਾਂ ਮਿਲਿਆ ਹੈ ਨਾ, ਉਹ ਸਾਨੂੰ ਸੰਭਾਲਣਾ ਚਾਹੀਦਾ ਹੈ। ਇਹ ਸਮਾਂ ਸਾਡੇ ਕੋਲੋਂ ਲੰਘਦਾ ਜਾ ਰਿਹਾ, ਇੱਕ ਇੱਕ ਦਿਨ ਕਰਕੇ ਲੰਘਦਾ ਜਾ ਰਿਹਾ ਹੈ। ਹਰ ਜਸ ਰੇ ਮਨਾਂ ਗਾਇ ਲੈ, ਕਿਉਂ ਗਾਣਾ? ਜੋ ਸੰਗੀ ਹੈ ਤੇਰੋ, ਇਹਨੇ ਤੇਰਾ ਸਾਥ ਨਿਭਾਉਣਾ ਹੈ। ਅਵਸਰ ਬੀਤਿਓ ਜਾਤ ਹੈ, ਕਿਹੋ ਮਾਨ ਲੈ ਮੇਰੋ। ਆਖਦੇ ਨੇ ਮੇਰਾ ਕਹਿਣਾ ਮੰਨ, ਸਮਾਂ ਤਾਂ ਲੰਘਦਾ ਜਾ ਰਿਹਾ ਭਾਈ ਤੇਰਾ। ਹਰ ਜਸ ਰੇ ਮਨਾਂ ਗਾਇ ਲੈ, ਜੋ ਸੰਗੀ ਹੈ ਤੇਰੋ, ਇਹਨੇ ਤੇਰਾ ਸਾਥ ਨਿਭਾਉਣਾ। ਜਿੱਥੇ ਸਾਰੇ ਸਾਥ ਛੱਡ ਦਿੰਦੇ ਨੇ, ਉੱਥੇ ਪ੍ਰਮਾਤਮਾ ਦਾ ਨਾਮ ਸਾਥ ਦਿੰਦਾ ਹੈ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਜਦੋਂ ਪ੍ਰਮਾਤਮਾ ਦਾ ਨਾਮ ਜਪਿਆ ਹੋਵੇ, ਮਨੁੱਖ ਜਮਾਂ ਦੀ ਮਾਰ ਤੋਂ ਬਚ ਜਾਂਦਾ। ਤੱਤੀ ਵਾਹ ਨਹੀਂ ਪ੍ਰਮਾਤਮਾ ਲੱਗਣ ਦਿੰਦਾ ਨਾਮ ਜਪਣ ਵਾਲੇ ਨੂੰ। ਹੁਣੇ ਆਪਾਂ ਸ਼ਬਦ ਸਰਵਣ ਕੀਤਾ ਸੀ, ਤਾਤੀ ਵਾਹ ਨਾ ਲੱਗਈ ਪਾਰ, ਬ੍ਰਹਮ ਸ਼ਰਣਾਈ ਚੋ ਗਿਰਦ ਹਮਾਰੇ ਰਾਮ ਕਾਰ। ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ, ਰਾਖ ਲਿਏ ਤਿਨ ਰਖਣ ਹਾਰ ਸਭ ਵਿਆਦ ਮਟਾਈ। ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਹਾਇਤਾ ਕਰਨ ਵਾਲਾ ਪਰਮਾਤਮਾ ਦਾ ਨਾਮ। ਇਸ ਕਰਕੇ ਗੁਰੂ ਸਾਹਿਬ ਆਖਦੇ ਨੇ, ਭਾਈ ਸੰਸਾਰ ਤੇ ਤੇਰਾ ਜਿਹੜਾ ਆਉਣਾ ਹੈ ਨਾ, ਜਿਸ ਮਨੋਰਥ ਨੂੰ ਲੈ ਕੇ ਸੰਸਾਰ ਤੇ ਆਇਆ, ਉਸ ਗੱਲ ਨੂੰ ਸਮਝਣ ਦਾ ਯਤਨ ਕਰੀਏ। ਹੁਣ ਗੁਰੂ ਸਾਹਿਬ ਨੇ ਸਮਝਾਇਆ ਵੀ ਕਈ ਜਨਮ ਸਾਨੂੰ ਅਸੀਂ ਅਨੇਕਾਂ ਜੂਨੀਆਂ ਵਿੱਚੋਂ ਲੰਘ ਕੇ ਆਏ ਆ, ਸਾਡੀ ਉਹ ਹਾਲਤ ਹੈ ਕੋਲੂ ਦੇ ਬਲਦ ਵਰਗੀ। ਗੱਲ ਧਿਆਨ ਨਾਲ ਸਮਝਿਓ। ਹੁਣ ਕੋਲੂ ਦਾ ਬਲਦ ਕੀ ਹੈ? ਪੁਰਾਣੇ ਸਮਾਂ ਵਿੱਚ ਹਲਟਾਂ ਵਾਲੇ ਖੂਹ ਹੁੰਦੇ ਸਨ। ਕਿਸਾਨ ਭਰਾ ਉਹਨਾਂ ਦੇ ਅੱਗੇ ਬਲਦਾਂ ਨੂੰ ਉਹਨਾਂ ਨੇ ਇੱਕ ਵਾਰੀ ਜੋੜ ਦੇਣਾ ਤੇ ਉਹਨਾਂ ਨੂੰ ਇੱਕ ਵਾਰੀ ਤੋਰਨ ਲਾ ਦੇਣਾ, ਉਹਨਾਂ ਨੇ ਉੱਥੇ ਘੁੰਮੀ ਜਾਣਾ। ਉਹਨਾਂ ਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਸੀ ਬਲਦਾਂ ਦੇ। ਉਹਨਾਂ ਨੇ ਸਾਰੇ ਦਿਨ ਤੁਰੀ ਜਾਣਾ, ਪਾਣੀ ਕੱਢੀ ਜਾਣਾ। ਹੁਣ ਬਲਦ ਆਪਣੇ ਮਨ ਅੰਦਰ ਸੋਚਦਾ ਹੈ ਵੀ ਮੈਂ ਸਵੇਰ ਦਾ ਤੁਰਿਆ ਹੋਇਆ, ਪਤਾ ਨਹੀਂ ਕਿੰਨੀ ਕੁ ਮੰਜ਼ਿਲ ਤੈਅ ਕਰ ਲਈ ਹੋਊਗੀ। ਇਹ ਤਾਂ ਸੱਚਾਈ ਹੈ, ਤੁਰਿਆ ਤਾਂ ਹੈ, ਸਵੇਰ ਦਾ ਤੁਰ ਰਿਹਾ। ਆਪਣੇ ਮਨ ਅੰਦਰ ਸੋਚਦਾ ਪਤਾ ਨਹੀਂ ਕਿੱਥੇ ਪਹੁੰਚ ਗਿਆ ਹੋਵਾਂਗਾ, ਸਵੇਰ ਦਾ ਹੀ ਤੁਰਿਆ ਹੋਇਆ। ਪਰ ਜਦੋਂ ਮਾਲਕ ਸ਼ਾਮ ਨੂੰ ਅੱਖਾਂ ਤੋਂ ਪੱਟੀ ਖੋਲਦਾ ਸੀ, ਵੇਖਦਾ ਉੱਥੇ ਹੀ ਖੜਾ ਹੈ, ਕਿਉਂਕਿ ਉੱਥੇ ਹੀ ਘੁੰਮਿਆ, ਉੱਥੇ ਹੀ ਖੜਾ ਹੈ। ਮਨੁੱਖਾ ਜਨਮ ਮਿਲਿਆ, ਆਤਮਿਕ ਤੌਰ ਤੇ ਤਰੱਕੀ ਕਰਨੀ ਹੈ, ਪ੍ਰਮਾਤਮਾ ਵੱਲ ਕਦਮ ਵਧਾਉਣਾ ਹੈ। ਉਹ ਤਾਂ ਵਧਿਆ ਨਹੀਂ, ਅਸੀਂ ਤਾਂ ਜਿੱਥੇ ਖੜੇ ਹਾਂ ਉੱਥੇ ਹੀ ਖੜੇ ਹਾਂ।
ਵੀ ਅੱਗੇ ਨਹੀਂ ਵੱਧ ਸਕੇ। ਸਾਡੀ ਤਾਂ ਉਸ ਅੰਨੇ ਮਨੁੱਖ ਵਰਗੀ ਹਾਲਤ ਹੈ। ਪੁਰਾਣੇ ਸਮੇਂ ਵਿੱਚ ਕੇਵਲ ਸਮਝਣ ਮਾਤਰ ਹੈ ਵੀ ਰੱਸੇ ਹੱਥ ਦੇ ਨਾਲ ਵੱਟੇ ਜਾਂਦੇ ਸਨ, ਬੱਬੜ ਦੇ ਜਾਂ ਬਾਣ ਦੇ। ਹੁਣ ਕਿਸੇ ਨੇ ਅੰਨੇ ਮਨੁੱਖ ਨੂੰ ਬੱਬੜ ਬਾਣ ਲਿਆ ਕੇ ਦੇਤਾ ਵੀ ਤੂੰ ਰੱਸੀ ਵੱਟ, ਉਹ ਸਵੇਰ ਦਾ ਰੱਸੀ ਵੱਟਦਾ ਰਿਹਾ, ਪਿੱਛੇ ਘਰ ਵਾਲਿਆਂ ਦਾ ਬੰਨਿਆ ਹੋਇਆ ਸੀ ਕੱਟੂ, ਉਹ ਪਿੱਛੇ ਰੱਸੀ ਨੂੰ ਖਾਂਦਾ ਰਿਹਾ। ਹੁਣ ਸਾਰਾ ਦਿਨ ਦੁਪਹਿਰ ਤੱਕ ਰੱਸੀ ਵੱਟੀ, ਜਦੋਂ ਦੁਪਹਿਰ ਹੋਈ ਨਾ ਕਹਿੰਦਾ ਰੱਸੀ ਇਕੱਠੀ ਕਰ ਲਾਂ, ਪਤਾ ਨਹੀਂ ਕਿੰਨੀ ਕੁ ਵੱਟੀ ਗਈ ਹੋਣੀ, ਜਦੋਂ ਦੇਖਦਾ ਜਿੰਨੀ ਹੱਥ ਚ ਉਨੀ ਪਿੱਛੇ ਕੱਟੂ ਸਾਰੀ ਖਾ ਗਿਆ। ਸਾਡੀ ਉਹ ਹਾਲਤ ਹੈ ਵੀ ਸ਼ੁਭ ਕਰਮ ਅਸੀਂ ਕੀਤੇ ਕੋਈ ਨਹੀਂ। ਮਨੁੱਖਾ ਜਿਹੜਾ ਜਨਮ ਮਿਲਿਆ ਉਹ ਸਾਡਾ ਭਾਈ ਵਿਅਰਥ ਲੰਘ ਗਿਆ ਤੇ ਲੰਘਦਾ ਜਾ ਰਿਹਾ ਹੈ। ਇਸ ਕਰਕੇ ਜਿਹੜਾ ਸਾਨੂੰ ਸਮਾਂ ਮਿਲਿਆ ਹੈ, ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਸਾਡੀ ਸੰਗਤ ਵਿੱਚ ਹਾਜ਼ਰੀ ਲੱਗੇ, ਪ੍ਰਮਾਤਮਾ ਦਾ ਨਾਮ ਸੁਣੀਏ, ਨਾਮ ਜਪੀਏ। ਇਹ ਜੀਵਨ ਦਾ ਮਨੋਰਥ ਹੈ, ਜੀਵਨ ਨੂੰ ਸਫਲ ਕਰਕੇ ਸੰਸਾਰ ਤੋਂ ਜਾਣਾ ਹੈ। ਨਹੀਂ ਤਾਂ ਗੁਰੂ ਸਾਹਿਬ ਆਖਦੇ ਨੇ ਭਾਈ ਤੂੰ ਜਿੰਨਾ ਮਰਜ਼ੀ ਯਤਨ ਕਰ, ਜਿੰਨੀ ਮਰਜ਼ੀ ਮਿਹਨਤ ਕਰ ਦੇ, ਜਿੰਨੇ ਮਰਜ਼ੀ ਕੰਮ ਧੰਦੇ ਕਰ, ਪਰ ਪ੍ਰਵਾਨ ਉਹੀ ਹੈ, ਉਹੀ ਘੜੀ ਲੇਖੇ ਵਿੱਚ ਹੈ ਜਿਹੜੀ ਪ੍ਰਮਾਤਮਾ ਦੀ ਯਾਦ ਵਿੱਚ ਬਤੀਤ ਹੋ ਜੇ। ਹੁਣ ਆਪਾਂ ਸੰਗਤ ਕਰ ਰਹੇ ਆ ਨਾ, ਜਿੱਥੇ ਗੁਰੂ ਦੀ ਸੰਗਤ ਹੋ ਰਹੀ ਹੋਵੇ, ਗੁਰੂ ਦੀ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ, ਉੱਥੇ ਵਾਹਿਗੁਰੂ ਹਾਜ਼ਰ ਨਾਜ਼ਰ ਹੁੰਦਾ ਹੈ, ਕਿਉਂਕਿ ਤੇ ਦੁਨਿਆਵੀ ਗੱਲ ਨਹੀਂ ਹੁੰਦੀ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਕੇਵਲ ਨਾਮ ਦੀ ਗੱਲ ਹੁੰਦੀ ਹੈ, ਦੂਜੀ ਗੱਲ ਨਾ ਹੋਵੇ। ਸਤ ਸੰਗਤ ਵਿੱਚ ਪ੍ਰਮਾਤਮਾ ਵਾਹਿਗੁਰੂ ਹਾਜ਼ਰ ਨਾਜ਼ਰ ਹੋ ਕੇ ਵਰਤਦਾ ਹੈ। ਹੁਣ ਇਹ ਸਾਡਾ ਸਮਾਂ ਲੇਖੇ ਵਿੱਚ ਹੈ। ਕਬੀਰ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਕਬੀਰ ਏਕ ਘੜੀ ਆਧੀ ਕਰੀ, ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ, ਜੋ ਕੀਨੋ ਸੋ ਲਾਭ। ਲਾਭ ਤਾਂ ਤੁਹਾਨੂੰ ਪਤਾ ਹੀ ਹੈ, ਮੁਨਾਫਾ। ਵੀ ਤੇਰੇ ਕੋਲ 1 ਘੰਟੇ ਵਧੀ ਸਮਾਂ ਨਹੀਂ, 1 ਘੜੀ ਸਮਾਂ ਕੱਢ। ਘੜੀ ਬਹੁਤ ਛੋਟਾ ਸਮਾਂ, ਵੀ 1 ਘੜੀ ਨਹੀਂ ਕੱਢ ਸਕਦਾ, ਅੱਧੀ ਘੜੀ ਕੱਢ। ਅੱਧੀ ਘੜੀ ਵੀ ਨਹੀਂ ਕੱਢ ਸਕਦਾ, ਭਗਤ ਜੀ ਆਖਦੇ ਨੇ ਅੱਧੀ ਨਾਲੋਂ ਵੀ ਅੱਧੀ ਘੜੀ। ਦੇਖੋ ਨਾਮ ਜਪਣਾ ਜ਼ਰੂਰੀ ਹੈ, ਤਾਂ ਹੀ ਉਹ ਤਾਂ ਨਹੀਂ ਬਰੀਕੀ ਵਿੱਚ ਜਾ ਕੇ ਸਮਝਾਇਆ। ਕੋਈ ਇਹ ਨਹੀਂ ਆਖਿਆ ਵੀ ਤੂੰ 2 ਘੰਟੇ ਨਾਮ ਜਪ, 4 ਘੰਟੇ ਜਪ। ਕਹਿੰਦੇ ਵੀ ਨਾਮ ਜਪਣਾ ਜ਼ਰੂਰੀ ਹੈ। ਘੰਟਾ ਨਹੀਂ ਜਪ ਸਕਦਾ, ਅੱਧਾ ਘੰਟਾ ਨਹੀਂ ਜਪ ਸਕਦਾ, 1 ਮਿੰਟ ਨਹੀਂ ਜਪ ਸਕਦਾ ਭਾਈ, 1 ਘੜੀ ਜਪ। ਘੜੀ ਜੋਗਾ ਸਮਾਂ ਨਹੀਂ, ਅੱਧੀ ਘੜੀ ਜਪ। ਅੱਧੀ ਵੀ ਨਹੀਂ ਜਪ ਸਕਦਾ, ਅੱਧੀ ਨਾਲੋਂ ਅੱਧੀ ਵੀ ਜਪ ਲਏਗਾ, ਉਹਦਾ ਵੀ ਤੈਨੂੰ ਲਾਭ ਹੈ। ਫਿਰ ਪੰਕਤੀ ਸੁਣਿਓ, ਕਬੀਰ ਏਕ ਘੜੀ ਆਧੀ ਕਰੀ, ਆਦਿ ਹੂੰ ਤੇ ਆਦ। ਦੇਖੋ ਆਪਣੇ ਆਪ ਅਰਥ ਸਮਝ ਰਹੇ ਨੇ, ਬਾਣੀ ਬੜੀ ਸੁਖੈਨ ਹੈ। ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ, ਜੋ ਕੀਨੋ ਸੋ ਲਾਭ। ਜਿਨੇ ਪ੍ਰਮਾਤਮਾ ਦੀ ਵਡਿਆਈਆਂ ਨੂੰ ਵਿਚਾਰ ਲਿਆ, ਪ੍ਰਮਾਤਮਾ ਦੀ ਸਿਫਤ ਸਲਾਹ ਕਰ ਲਈ, ਸੁਣ ਲਈ, ਉਹ ਸਾਡੇ ਲਈ ਲਾਭਵੰਦ ਹੈ। ਜੋ ਅਸੀਂ ਹੁਣ ਇੱਥੇ ਆਏ ਆ ਸੰਸਾਰ ਤੇ, ਦੇਖੋ ਸੰਸਾਰ ਤੇ ਮਨੁੱਖ ਜਦੋਂ ਜਨਮ ਲੈਂਦਾ ਹੈ ਨਾ, ਜਿਸ ਦਿਨ ਬੱਚੇ ਦਾ ਜਨਮ ਹੁੰਦਾ ਹੈ ਉਸ ਦਿਨ ਮੌਤ ਦਾ ਵੀ ਜਨਮ ਹੁੰਦਾ ਹੈ। ਅਸੀਂ ਤਾਂ ਕਹਿੰਦੇ ਹਾਂ ਨਾ ਕੇਵਲ ਜਨਮ ਹੋਇਆ ਹੈ, ਕੇਵਲ ਜਨਮ ਨਹੀਂ, ਨਾਲ ਮੌਤ ਦਾ ਵੀ ਜਨਮ ਹੈ। ਕਿਉਂਕਿ ਜਿਸ ਦਿਨ ਜਨਮ ਹੋ ਗਿਆ ਉਸ ਦਿਨ ਤੋਂ ਹੀ ਸਾਡੇ ਜਿਹੜੇ ਕਦਮ ਨੇ, ਅਸੀਂ ਮੌਤ ਵੱਲ ਵਧਣੇ ਸ਼ੁਰੂ ਹੋ ਜਾਂਦੇ ਆ। 1 ਘੜੀ, 1 ਘੰਟਾ, 1 ਦਿਨ, 1 ਰਾਤ, ਹੌਲੀ ਹੌਲੀ ਅਸੀਂ ਮੌਤ ਵੱਲ ਵੱਧਦੇ ਚਲੇ ਜਾਂਦੇ ਆ। ਸੰਸਾਰ ਤੇ ਜਿਹੜਾ ਵੀ ਆਇਆ ਉਹਨੂੰ ਸੰਸਾਰ ਤੋਂ ਜਾਣਾ ਪਿਆ, ਕੋਈ ਸੰਸਾਰ ਤੇ ਨਹੀਂ ਰਿਹਾ। ਇਹ ਸੰਸਾਰ ਦੀ ਸੱਚਾਈ ਹੈ। ਜੋ ਉਪਜਿਓ, ਜਿਹੜਾ ਪੈਦਾ ਹੋਇਆ ਉਪਜਿਆ, ਜੋ ਉਪਜਿਓ ਸੋ ਬਿਨਸ ਹੈ, ਉਹ ਬਿਨਸ ਗਿਆ, ਖਤਮ ਹੋ ਗਿਆ, ਉਹਨੂੰ ਜਾਣਾ ਪਿਆ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ, ਕਾਲ ਨੇ ਆ ਕੇ ਉਹਨੂੰ ਦਬੋਚਿਆ। ਫਿਰ ਕਰਨਾ ਕੀ ਚਾਹੀਦਾ ਹੈ? ਵੀ ਸੰਸਾਰ ਤੋਂ ਤਾਂ ਜਾਣਾ ਹੀ, ਮਰਨਾ ਹੀ ਹੈ। ਫਿਰ ਗੁਰੂ ਸਾਹਿਬ ਆਖਦੇ ਨੇ ਅਗਲੀ ਵੀ ਗੱਲ ਵਿਚਾਰ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਇਹ ਮੋਹ ਮਾਇਆ ਦਾ ਜੰਜਾਲ ਹੀ ਹੈ ਵੀ ਮੈਂ ਹਜੇ ਕੰਮ ਕਰਨਾ ਹੈ, ਗੁਰੂ ਘਰ ਜਾਵਾਂਗਾ, ਲੇਟ ਹੋ ਜਾਵਾਂਗਾ, ਇਹ ਕੰਮ ਰੁਕ ਜਾਏਗਾ ਮੇਰਾ। ਇਹ ਮੋਹ ਮਾਇਆ ਦਾ ਜੰਜਾਲ ਹੀ ਤਾਂ ਹੈ ਵੀ ਮਨੁੱਖ ਸਮਾਂ ਨਹੀਂ ਕੱਢ ਸਕਦਾ। ਮਨੁੱਖ ਅੰਮ੍ਰਿਤ ਵੇਲੇ ਜਾਗਦਾ ਵੀ ਹੈ, ਨੀਂਦ ਵੀ ਖੁੱਲਦੀ ਹੈ, ਕਿਉਂਕਿ ਰੱਬ ਨੇਤ ਹੈ। ਅੰਮ੍ਰਿਤ ਵੇਲੇ ਇੱਕ ਵਾਰੀ ਜਾਗ ਹਰੇਕ ਨੂੰ ਆਉਂਦੀ ਹੀ ਆਉਂਦੀ ਹੈ। ਕਿਉਂ? ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਜਾਗ ਹਰੇਕ ਦੀ ਖੁੱਲਦੀ ਆ, ਉਹ ਗੱਲ ਵੱਖਰੀ। ਕੋਈ ਸੁਚੇਤ ਹੋ ਕੇ ਇਹਨੂੰ ਸੰਭਾਲ ਲੈਂਦਾ ਅੰਮ੍ਰਿਤ ਵੇਲੇ ਨੂੰ, ਤੇ ਕਈ ਆਪਣਾ ਦੁਬਾਰਾ ਫੇਰ ਮੂੰਹ ਢੱਕ ਕੇ ਫੇਰ ਦੁਬਾਰਾ ਸੋ ਜਾਂਦੇ। ਹੁਣ ਗੁਰੂ ਸਾਹਿਬ ਆਖਦੇ ਨੇ ਭਾਈ ਜਿਹੜਾ ਤੈਨੂੰ ਸਮਾਂ ਮਿਲਿਆ ਉਹ ਸਮੇਂ ਦੀ ਸੰਭਾਲ ਕਰਦੇ ਹੋਏ ਦੁਨਿਆਵੀ ਕੰਮ ਧੰਦਿਆਂ ਵਿੱਚੋਂ ਸਮਾਂ ਕੱਢ ਪ੍ਰਮਾਤਮਾ ਦੇ ਲਈ। ਪ੍ਰਮਾਤਮਾ ਲਈ ਸਮਾਂ ਕੱਢਣਾ ਬਹੁਤ ਔਖਾ, ਪਰ ਸਾਨੂੰ ਕੱਢਣਾ ਪਵੇਗਾ ਤਾਂ ਸਾਡਾ ਪਾਰ ਉਤਾਰਾ ਹੋਣਾ ਹੈ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ।
ਹੁਣ ਅਸੀਂ ਤਾਂ ਆਮ ਮਨੁੱਖ ਹਾਂ, ਸਰੀਰ ਕਰਕੇ ਤਾਂ ਵੱਡੇ ਵੱਡੇ ਰਹਿਬਰ ਅਵਤਾਰੀ ਪੁਰਸ਼ ਨਹੀਂ ਦੇ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਵੱਡੇ ਵੱਡੇ ਪਰਿਵਾਰਾਂ ਵਾਲੇ ਵੱਡੇ ਵੱਡੇ ਯੋਧੇ ਤਾਕਤਵਰ ਉਹ ਸੰਸਾਰ ਤੋਂ ਚਲੇ ਗਏ। ਆਪਣੇ ਗੁਰੂ ਸਾਹਿਬਾਂ ਨੂੰ ਵੇਖੀਏ, ਗੁਰੂ ਸਾਹਿਬ ਸਰੀਰ ਕਰਕੇ ਉਹ ਨਹੀਂ ਰਹੇ, ਭਾਵੇਂ ਸਾਡੇ ਨਾਲ ਹਾਜ਼ਰ ਨਾਜ਼ਰ ਨੇ, ਸਾਡੇ ਅੰਗ ਸੰਗ ਨੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਹਰ ਵਕਤ ਨਾਲ ਨੇ, ਪਰ ਗੱਲ ਸਰੀਰ ਦੀ ਹੋ ਰਹੀ ਹੈ। ਸਰੀਰ ਕਰਕੇ ਕੋਈ ਸੰਸਾਰ ਤੇ ਨਾ ਰਿਹਾ ਤੇ ਨਾ ਕੋਈ ਰਹੇਗਾ। ਸੰਸਾਰ ਤੇ ਜਿਹੜਾ ਆਇਆ ਉਹਨੇ ਜਾਣਾ, ਤੇ ਜਾਣਾ ਵੀ ਤੇ ਆਣਾ ਵੀ ਸਭ ਦਾ ਇੱਕੋ ਤਰੀਕੇ ਦੇ ਨਾਲ ਹੈ। ਨਾਂਗੇ ਆਣਾ ਨਾਂਗੇ ਜਾਣਾ। ਆਂਦੇ ਟਾਈਮ ਤਾਂ ਮਨੁੱਖ ਸਰੀਰ ਲੈ ਕੇ ਨਾਲ ਆਂਦਾ, ਜਾਂਦੇ ਟਾਈਮ ਤਾਂ ਸਰੀਰ ਵੀ ਨਾਲ ਨਹੀਂ ਜਾਂਦਾ। ਜਾਂਦੇ ਵਕਤ ਕੇਵਲ ਪ੍ਰਮਾਤਮਾ ਦਾ ਨਾਮ ਨਾਲ ਜਾਂਦਾ ਹੈ। ਗੱਲ ਸਮਝਿਓ ਵੀ ਜਦੋਂ ਆਏ ਸੀ ਸਰੀਰ ਨਾਲ ਸੀ, ਸਾਡੇ ਸਰੀਰ ਲੈ ਕੇ ਆਏ ਆ, ਹੋਰ ਕੁਝ ਨਹੀਂ ਲੈ ਕੇ, ਆਪਣੀ ਕਿਸਮਤ ਆਪਣਾ ਸਰੀਰ ਲੈ ਕੇ ਆਏ ਆ, ਪਰ ਜਾਂਦੇ ਵਕਤ ਸਰੀਰ ਵੀ ਨਾਲ ਨਹੀਂ ਜਾਂਦਾ। ਕੇਵਲ ਸਾਡੇ ਕੀਤੇ ਹੋਏ ਸ਼ੁਭ ਕੰਮ, ਨੇਕ ਕੰਮ, ਸਾਡੀ ਕੀਤੀ ਹੋਈ ਸੰਗਤ, ਸਾਡਾ ਜਪਿਆ ਹੋਇਆ ਨਾਮ ਉਹ ਸਾਡੇ ਨਾਲ ਜਾਂਦਾ ਹੈ। ਜੋ ਸੇਵਾ ਕੀਤੀ ਖਲਕਤ ਦੀ ਉਹ ਸਾਡੇ ਨਾਲ ਜਾਂਦੀ ਹੈ, ਹੋਰ ਕੁਝ ਨਾਲ ਨਹੀਂ ਜਾਂਦਾ। ਨਾਂਗੇ ਆਣਾ ਨਾਂਗੇ ਜਾਣਾ, ਕੋਈ ਨਾ ਰਹਿ ਕੋਈ ਨਹੀਂ ਰਿਹਾ। ਰਾਜਾ ਰਾਣਾ ਨਾ ਕੋਈ ਰਾਜਾ ਬਾਦਸ਼ਾਹ ਬਚਿਆ, ਨਾ ਕੋਈ ਗਰੀਬ ਬਚਿਆ। ਜਿਹੜਾ ਆਇਆ ਉਹਨੂੰ ਜਾਣਾ ਪੈ ਗਿਆ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ। ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ, ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੁ ਵਿਸਾਰੀ। ਬਚਨ ਆਪਾਂ ਹੋਰ ਪੜ੍ਹਦੇ ਹਾਂ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੈ ਧੀਰ। ਜੇ ਆਇਆ ਤੈਨ ਜਾਣਾ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਤਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਸੰਗ ਚਲਤ ਹੈ, ਗੱਲ ਸਮਝਣ ਵਾਲੀ ਹੈ ਵੀ ਅਸੀਂ ਵੀ ਜਾਣਾ ਹੈ। ਸੰਗ ਚਲਤ ਹੈ ਹਮ ਵੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਮੌਤ ਸਿਰ ਤੇ ਖੜੀ ਹੈ, ਕਾਲ ਸਿਰ ਤੇ ਖੜਾ ਹੈ। ਜਿਵੇਂ ਦਿਨ ਚੜਿਆ, ਦਿਨ ਤੋਂ ਬਾਅਦ ਰਾਤ ਹੁੰਦੀ ਹੈ, ਦਿਨ ਛਪਦਾ, ਰਾਤ ਤਬਦੀਲ ਹੁੰਦਾ ਹੈ। ਹਰੇਕ ਰਾਤ ਤੋਂ ਬਾਅਦ ਫਿਰ ਦਿਨ ਆਉਂਦਾ। ਜੋ ਦਿਨ ਆਵੇ ਸੋ ਦਿਨ ਜਾਹੀ, ਦਿਨ ਆਇਆ ਤੇ ਰਾਤ ਵੀ ਆਵੇਗੀ। ਇਸ ਤਰ੍ਹਾਂ ਹੀ ਆਖਦੇ ਜਿਹੜਾ ਸੰਸਾਰ ਤੇ ਆਇਆ ਉਹਨੇ ਭਾਈ ਜਾਣਾ ਵੀ ਹੈ। ਇਹ ਨਹੀਂ ਵੀ ਦਿਨ ਚੜਿਆ ਤੇ ਦਿਨ ਹੀ ਚੜਿਆ ਰਹਿ ਗਿਆ, ਵੀ ਕਦੇ ਰਾਤ ਹੀ ਨਾ ਹੋਈ ਹੋਵੇ। ਕਦੇ ਹੋਇਆ ਐਸਾ ਵੀ ਅੱਜ ਰਾਤ ਹੈ ਤੇ ਰਾਤ ਹੀ ਰਹਿ ਗਈ, ਦਿਨ ਹੀ ਨਾ ਚੜਿਆ? ਰਾਤ ਹੈ, ਰਾਤ ਤੋਂ ਬਾਅਦ ਦਿਨ ਦਾ ਵੀ ਆਗਾਜ਼ ਹੋਣਾ ਹੈ, ਦਿਨ ਹੈ ਤੇ ਦਿਨ ਤੋਂ ਬਾਅਦ ਰਾਤ ਦਾ ਵੀ ਆਗਾਜ਼ ਹੋਣਾ ਹੈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਤਿਰ ਨਾਹੀ, ਕੋਈ ਥਿਰ ਨਹੀਂ ਰਿਹਾ। ਸੰਗ ਚਲਤ ਹੈ ਹਮ ਵੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਮੌਤ ਸਿਰ ਤੇ ਖੜੀ ਹੈ। ਗੁਰੂ ਸਾਹਿਬ ਆਖਦੇ ਨੇ ਆਪਣਾ ਜੀਵਨ ਤਾਂ ਸਵਾਰ ਲਿਆ, ਵੀ ਜਿਹੜੇ ਸੁੱਖ ਦੇ ਸਾਧਨ ਚਾਹੀਦੇ ਨੇ ਉਹ ਤਾਂ ਤੂੰ ਪੈਦਾ ਕਰ ਲੈ, ਪਰ ਜਿਸ ਰਸਤੇ ਤੇ ਤੁਰ ਕੇ ਜਾਣਾ ਹੈ ਉਹ ਰਸਤਾ ਤਾਂ ਤੂੰ ਪੱਧਰਾ ਨਹੀਂ ਕੀਤਾ। ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ। ਵੀ ਸਾਂਝਾਂ ਪੈ ਚੱਲੀਆਂ ਨੇ, ਕਹਿਣ ਤੋਂ ਭਾਵ ਮੌਤ ਨੇੜੇ ਆ ਗਈ ਹੈ, ਹਨੇਰਾ ਪੈ ਚੱਲਿਆ। ਜਿਹੜਾ ਦਿਨ ਰੂਪੀ ਤੈਨੂੰ ਜੀਵਨ ਮਿਲਿਆ ਸੀ ਉਹ ਹੁਣ ਆਖਦੇ ਨੇ ਮੌਤ ਵਿੱਚ ਬਦਲਣ ਵਾਲਾ ਹੈ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ। ਜੋ ਸਾਨੂੰ ਚਾਹੀਦੇ ਹੈ ਉਹ ਅਸੀਂ ਸਾਰੇ ਆਪਣੇ ਲਈ ਆਪਾਂ ਸਾਧਨ ਜੁਟਾ ਲਏ ਨੇ, ਪਰ ਜਿਸ ਰਸਤੇ ਤੇ ਤੁਰ ਕੇ ਜਾਣਾ, ਜਮਾਂ ਦੀ ਮਾਰ ਤੋਂ ਬਚਣਾ ਸੀ, ਪਰਮਾਤਮਾ 'ਚ ਅਭੇਦ ਹੋਣਾ ਸੀ, ਉਸ ਰਸਤੇ 'ਚ ਅਸੀਂ ਤੁਰਨ ਦਾ ਯਤਨ ਨਹੀਂ ਕੀਤਾ। ਸੋ ਇਸ ਕਰਕੇ ਸੰਸਾਰ ਤੇ ਆਏ ਆ, ਸੰਸਾਰ ਤੋਂ ਅਸੀਂ ਜਾਣਾ ਵੀ ਹੈ। ਬਸ ਗੱਲ ਇਹ ਹੈ ਵੀ ਇਸ ਗੱਲ ਨੂੰ ਯਾਦ ਰੱਖੀਏ ਵੀ ਆਏ ਕਾਹਦੇ ਵਾਸਤੇ ਸਾਂ। ਸਾਨੂੰ ਗੁਰੂ ਸਾਹਿਬ ਨੇ ਕਿਹੜੇ ਕੰਮ ਕਰਨ ਵਾਸਤੇ ਸੰਸਾਰ ਤੇ ਭੇਜਿਆ, ਕਿਹੜੇ ਕੰਮ ਕਰਨੇ ਚਾਹੀਦੇ ਨੇ, ਕਿਹੜੇ ਨਹੀਂ ਕਰਨੇ ਚਾਹੀਦੇ, ਮਨੁੱਖ ਨੂੰ ਸਮਝ ਹੈ। ਤਾਈਓ 84 ਦਾ ਸਰਦਾਰ ਆਖਦੇ ਨੇ ਪਸ਼ੂਆਂ ਨੂੰ, ਹੋਰ ਜੂਨੀਆਂ ਨੂੰ ਸਮਝ ਨਹੀਂ, ਮਨੁੱਖ ਨੂੰ ਚੰਗੇ ਮਾੜੇ ਦੀ ਪੂਰੀ ਸਮਝ ਹੈ। ਸਾਨੂੰ ਪਤਾ ਨਾਮ ਜਪਣਾ ਚਾਹੀਦਾ, ਅਸੀਂ ਨਹੀਂ ਜਪਦੇ। ਸਾਨੂੰ ਪਤਾ ਸੇਵਾ ਕਰਨੀ ਚਾਹੀਦੀ ਹੈ, ਸਰਬੱਤ ਦਾ ਭਲਾ ਮੰਗਣਾ ਚਾਹੀਦਾ, ਕਰਨਾ ਚਾਹੀਦਾ ਭਲਾ। ਜੇ ਮਨੁੱਖ ਨਾ ਕਰੇ ਫਿਰ ਉਹਦੀ ਤਾਂ ਉਹੀ ਹਾਲਤ, ਜਾਣਤ ਹੀ ਔਗਣ ਕਰੇ। ਕਾਹੇ ਕੀ ਕੁਸਲਾਤ ਹਾਥ ਦੀਪ ਕੁਏਂ ਪਰੈ। ਸਾਡੀ ਉਹ ਹਾਲਤ ਹੈ ਵੀ ਕਿਸੇ ਮਨੁੱਖ ਨੇ ਦੀਵਾ ਜਗਾਇਆ ਹੋਇਆ ਸੀ ਹੱਥ ਤੇ, ਕਿਉਂਕਿ ਉਦੋਂ ਦੀਵੇ ਹੁੰਦੇ ਸਨ ਚਾਨਣ ਦਾ ਸਾਧਨ। ਅੱਗੇ ਆ ਗਿਆ ਖੂਹ। ਹੁਣ ਜੇ ਤਾਂ ਬਿਨਾਂ ਦੀਵੇ ਤੋਂ ਜਾਂਦਾ ਖੂਹ ਵਿੱਚ ਡਿੱਗਦਾ, ਫਿਰ ਤਾਂ ਕਹਿੰਦੇ ਵੀ ਹਨੇਰੇ 'ਚ ਡਿੱਗ ਗਿਆ, ਵੀ ਇਹਨੂੰ ਖੂਹ ਨਹੀਂ ਦਿਸਿਆ। ਗੱਲ ਸਮਝਿਓ ਵੀ ਰਸਤੇ 'ਚ ਤੁਰਿਆ ਜਾ ਰਿਹਾ ਸੀ ਕੋਈ ਰਾਹਗੀਰ,
ਹੁਣ ਜੇ ਤਾਂ ਉਹਦੇ ਕੋਲ ਚਾਨਣ ਦਾ ਸਾਧਨ ਨਾ ਹੁੰਦਾ, ਦੀਵਾ ਨਾ ਹੁੰਦਾ, ਖੂਹ ਵਿੱਚ ਡਿੱਗ ਜਾਂਦਾ, ਫਿਰ ਤਾਂ ਕਹਿੰਦੇ ਵੀ ਉਹਨੂੰ ਦਿਸਿਆ ਨਹੀਂ, ਵੀ ਹਨੇਰੇ ਕਰਕੇ ਡਿੱਗ ਗਿਆ। ਪਰ ਗੁਰੂ ਸਾਹਿਬ ਆਖਦੇ ਨੇ ਹੁਣ ਉਹਨੂੰ ਕੀ ਆਖਿਆ ਜਿਹਨੇ ਦੀਵਾ ਵੀ ਜਗਾਇਆ ਹੱਥ ਤੇ, ਉਹਨੂੰ ਖੂਹ ਵੀ ਦਿਸ ਰਿਹਾ, ਫਿਰ ਖੂਹ ਵਿੱਚ ਡਿੱਗ ਗਿਆ। ਕਾਹੇ ਕੀ ਕੁਸਲਾਤ, ਉਹਨੂੰ ਕੀ ਆਖੀਏ? ਕਿਉਂ? ਹਾਥ ਦੀਪ, ਹੱਥ ਤੇ ਦੀਵਾ ਜਗਾਇਆ ਹੈ, ਹਾਥ ਦੀਪ ਕੁएं ਪਰ ਹੈ, ਫਿਰ ਖੂਹ ਵਿੱਚ ਡਿੱਗ ਗਿਆ, ਫਿਰ ਉਹਦਾ ਕੀ ਕਰੀਏ? ਇਸ ਕਰਕੇ ਜਿਵੇਂ ਸਾਨੂੰ ਸਮਝ ਹੈ, ਹੁਣ ਇੰਨਾ ਕੁਝ ਅਸੀਂ ਆਪ, ਸਾਨੂੰ ਕੁਦਰਤੀ ਵੀ ਸਮਝ ਹੈ, ਅਸੀਂ ਗੁਰੂ ਘਰ ਜਾਂਦੇ ਹਾਂ, ਸੰਗਤ ਕਰਦੇ ਹਾਂ, ਉੱਥੇ ਵੀ ਸਾਨੂੰ ਸਮਝ ਗਿਆਨ ਮਿਲਦਾ ਹੈ, ਨਾਮ ਜਪਣਾ, ਸਤਸੰਗ ਕਰਨੀ ਹੈ। ਪਰ ਜੇ ਅਸੀਂ ਸੁਣ ਕੇ ਫਿਰ ਵੀ ਨਹੀਂ ਕਰਦੇ, ਤੇ ਫਿਰ ਸਾਡੀ ਉਸ ਮਨੁੱਖ ਵਰਗੀ ਹਾਲਤ ਹੈ ਜਿਹੜਾ ਆਪਣੇ ਆਪ ਦੀਵਾ ਜਗਾ ਕੇ ਖੂਹ ਵਿੱਚ ਡਿੱਗ ਜਾਂਦਾ ਹੈ। ਸੋ ਇਸ ਕਰਕੇ ਆਪਾਂ ਸੰਸਾਰ ਤੇ ਆਏ, ਮਾਤਾ ਨਿਰਮਲ ਕੌਰ ਜੀ ਜੋ ਸਾਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਜਾ ਬਰਾਜੇ ਹਨ, ਉਹਨਾਂ ਦੇ ਲਈ ਆਪਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੇ। ਵਾਹਿਗੁਰੂ ਸਦੀਵ ਕਾਲ ਲਈ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦੀ ਬਾਲ ਬਹੁਤ ਤਾਕਤ ਬਖਸ਼ੇ।